ਹੈਲੋ ਸਟੂਡੈਂਟਸ ਸੀ ਲੈਂਗੁਏਜ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਐਰੇ ਟਾਈਪਸ ਇਨ ਸੀ। ਦੋ ਤਰ੍ਹਾਂ ਦੇ ਐਰੇਜ਼ ਹੁੰਦੇ ਨੇ, ਸਿੰਗਲ ਡਿਮੈਂਸ਼ਨਲ ਐਰੇ ਤੇ ਮਲਟੀ ਡਿਮੈਂਸ਼ਨਲ ਐਰੇ। ਸਿੰਗਲ ਡਿਮੈਂਸ਼ਨਲ ਐਰੇ ਨੂੰ ਵਨ ਡਿਮੈਂਸ਼ਨਲ ਐਰੇ ਜਾਂ 1D ਐਰੇ ਵੀ ਕਿਹਾ ਜਾਂਦਾ। ਸਿੰਗਲ ਡਿਮੈਂਸ਼ਨਲ ਐਰੇ ਦੇ ਵਿੱਚ ਜਿਹੜਾ ਡਾਟਾ ਉਹ ਲੀਨੀਅਰ ਫਾਰਮ ਦੇ ਵਿੱਚ ਸਟੋਰ ਹੁੰਦਾ। ਤੁਸੀਂ ਇੱਕ ਹੀ ਡਿਮੈਂਸ਼ਨ ਦਿੰਦੇ ਹੋ, ਮੀਨਸ ਤੁਸੀਂ ਇੱਕ ਹੀ ਸਾਈਜ਼ ਦਿੰਦੇ ਹੋ ਜਦੋਂ ਤੁਸੀਂ ਐਰੇ ਨੂੰ ਡਿਕਲੇਅਰ ਕਰ ਰਹੇ ਹੋ। ਇਸ ਲਈ ਇਸ ਨੂੰ ਵਨ ਡਿਮੈਂਸ਼ਨਲ ਐਰੇ, ਲੀਨੀਅਰ ਐਰੇ ਜਾਂ 1D ਐਰੇ ਵੀ ਕਿਹਾ ਜਾਂਦਾ ਕਿਉਂਕਿ ਇਹਦਾ ਸਾਈਜ਼ ਸਿਰਫ ਇੱਕ ਹੁੰਦਾ ਗਾ। ਵਨ ਡਿਮੈਂਸ਼ਨਲ ਐਰੇ ਦੀ ਜਿਹੜੀ ਐਗਜ਼ਾਮਪਲਸ ਨੇ, ਡੈਕਲੇਰੇਸ਼ਨ, ਇਨੀਸ਼ੀਅਲਾਈਜੇਸ਼ਨ ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਇਸ ਵੀਡੀਓ ਦੇ ਵਿੱਚ ਅਸੀਂ ਮੇਨ ਕਵਰ ਕਰਾਂਗੇ ਮਲਟੀ ਡਿਮੈਂਸ਼ਨਲ ਐਰੇ। ਮਲਟੀ ਡਿਮੈਂਸ਼ਨਲ ਐਰੇ ਉਹ ਐਰੇ ਜਿਸ ਦੇ ਵਿੱਚ ਇੱਕ ਤੋਂ ਵੱਧ ਡਿਮੈਂਸ਼ਨਸ ਹੋਣਗੀਆਂ, ਮਤਲਬ ਇੱਕ ਤੋਂ ਵੱਧ ਡਿਮੈਂਸ਼ਨਸ ਦਿੱਤੀਆਂ ਹੋਣਗੀਆਂ ਸੀ, ਇੱਕ ਤੋਂ ਵੱਧ ਸਾਈਜ਼ ਦਿੱਤੇ ਹੋਣਗੇ। ਇਸ ਲਈ ਇਸ ਨੂੰ ਮਲਟੀ ਡਿਮੈਂਸ਼ਨਲ ਐਰੇ ਆਖਿਆ ਜਾਂਦਾ। ਮਲਟੀ ਡਿਮੈਂਸ਼ਨਲ ਐਰੇ ਦੇ ਵਿੱਚ 2D ਐਰੇ, 3D ਐਰੇ, 4D ਐਰੇ ਇੱਦਾਂ ਐਰੇਜ਼ ਹੋ ਸਕਦੇ ਨੇ। ਸਭ ਤੋਂ ਪਹਿਲਾਂ ਅਸੀਂ ਇੱਕ ਵਾਰ ਕਵਰ ਕਰਦੇ ਹਾਂ 1D ਐਰੇ ਦੇ ਕੁਝ ਪ੍ਰੋਗਰਾਮਸ ਕਿ ਕਿਹੜੇ ਕਿਹੜੇ ਮੈਥਡਸ ਨਾਲ ਤੁਸੀਂ ਵੈਲਿਊਜ਼ ਲੈ ਸਕਦੇ ਹੋ ਐਰੇ ਦੇ ਵਿੱਚ ਅਤੇ ਉਹਨਾਂ ਨੂੰ ਪ੍ਰਿੰਟ ਕਰਕੇ ਦਿਖਾ ਸਕਦੇ ਹੋ। ਸਭ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਐਰੇ ਡਿਕਲੇਅਰ ਕੀਤਾ ਐਕਸ ਐਰੇ, ਜਿਸ ਦਾ ਸਾਈਜ਼ ਹੈ 3, ਯਾਨੀ ਕਿ ਉਹ 3 ਐਲੀਮੈਂਟਸ ਲੈ ਸਕਦਾ। ਅਤੇ ਅਸੀਂ ਐਸੇ ਦੇ ਵਿੱਚ ਹੀ ਉਹਦੇ ਜਿਹੜੇ 3 ਐਲੀਮੈਂਟਸ ਨੇ ਉਹ ਅਸੀਂ ਦੇਤੇ, ਇਕੁਅਲਸ ਟੂ ਪਾ ਕੇ, ਕਰਲੀ ਬ੍ਰੇਸ ਪਾ ਕੇ, ਤਿੰਨੋਂ ਵੈਲਿਊ ਤੁਸੀਂ ਕੋਮੇ ਨਾਲ ਸੈਪਰੇਟ ਕਰਕੇ ਦੇ ਸਕਦੇ ਹੋ। ਉਸ ਤੋਂ ਬਾਅਦ ਅਸੀਂ ਪ੍ਰਿੰਟ ਕਰਵਾ ਕੇ ਦਿਖਾਈਆਂ ਨੇ ਤਿੰਨੇ ਵੈਲਿਊਜ਼, ਕਿਉਂਕਿ ਐਕਸ ਦੀ ਜਿਹੜੀ ਵੈਲਿਊਜ਼ ਹੈ ਐਰੇ ਦੀਆਂ ਉਸਦੇ ਇੰਡੈਕਸ ਤੋਂ ਅਸੀਂ ਪ੍ਰਿੰਟ ਕਰਵਾ ਸਕਦੇ ਹਾਂ, ਜਿਵੇਂ x0, x1, x2। ਇਸ ਨੂੰ ਇੰਡੈਕਸ ਵੀ ਬੋਲਿਆ ਜਾਂਦਾ ਜਾਂ ਇਸ ਨੂੰ ਸਬਸਕ੍ਰਿਪਟ ਵੀ ਬੋਲਦੇ ਹਾਂ। ਉਹ ਨੰਬਰ ਜਿਸ ਦੇ ਨਾਲ ਅਸੀਂ ਐਰੇ ਨੂੰ ਐਕਸੈਸ ਕਰਵਾ ਰਹੇ ਹਾਂ ਉਹਨੂੰ ਅਸੀਂ ਸਬਸਕ੍ਰਿਪਟ ਜਾਂ ਇੰਡੈਕਸ ਬੋਲਦੇ ਹਾਂ। ਤਾਂ ਅਸੀਂ ਇੱਕ ਇੱਕ ਕਰਕੇ ਵੈਲਿਊਜ਼ ਦਾ ਵੀ ਪ੍ਰਿੰਟ ਕਰਵਾ ਸਕਦੇ ਹਾਂ। ਸੈਕਿੰਡ ਪ੍ਰੋਗਰਾਮ ਦੇ ਵਿੱਚ ਅਸੀਂ ਵੈਲਿਊਜ਼ ਡੈਕਲੇਰੇਸ਼ਨ ਦੇ ਟਾਈਮ 'ਤੇ ਨਾ ਦੇ ਕੇ ਬਾਅਦ ਦੇ ਵਿੱਚ ਵੈਲਿਊਜ਼ ਨੂੰ ਸਕੈਨ ਕਰਵਾ ਰਹੇ ਹਾਂ। ਪਹਿਲਾਂ ਸਿਰਫ ਐਰੇ ਡਿਕਲੇਅਰ ਕੀਤਾ 3 ਸਾਈਜ਼ ਦਾ, ਫਿਰ ਇੱਕ ਇੱਕ ਕਰਕੇ ਉਸਦੀ ਜਿਹੜੀ ਵੈਲਿਊ ਉਹ ਸਕੈਨ ਕਰਵਾਈ, 0 ਦੀ, 1 ਦੀ, 2 ਦੀ, ਯਾਨੀ ਕਿ ਉਹ ਤੁਹਾਡੇ ਤੋਂ ਹੀ ਵੈਲਿਊ ਮੰਗੂਗਾ। ਐਕਸ ਦੀ 0 ਪੋਜੀਸ਼ਨ ਦੀ, ਫਿਰ 1 ਪੋਜੀਸ਼ਨ ਦੀ, ਫਿਰ 2 ਪੋਜੀਸ਼ਨ ਦੀ, ਕਿਉਂਕਿ ਜਿਹੜਾ ਐਰੇ ਉਹਦਾ ਸਾਈਜ਼ ਹੈ 3, ਯਾਨੀ ਕਿ 0 ਵਾਲੀ ਵੈਲਿਊ, 1 ਵਾਲੀ ਅਤੇ 2 ਵਾਲੀ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਇੰਡੈਕਸ ਹੈ ਐਰੇ ਦਾ ਉਹ 0 ਤੋਂ ਸਟਾਰਟ ਹੁੰਦਾ, ਜਿੰਨਾ ਉਸਦਾ ਸਾਈਜ਼ ਹੈ ਉਸ ਤੋਂ ਇੱਕ ਘੱਟ ਲਾਸਟ ਇੰਡੈਕਸ ਹੁੰਦਾ ਗਾ। ਇਸੇ ਤਰੀਕੇ ਨਾਲ ਤਿੰਨੇ ਵੈਲਿਊ ਸਕੈਨ ਕਰਵਾਉਣ ਤੋਂ ਬਾਅਦ ਅਸੀਂ ਤਿੰਨੇ ਵੈਲਿਊਜ਼ ਨੂੰ ਅਲੱਗ-ਅਲੱਗ ਪ੍ਰਿੰਟ ਕਰਵਾ ਕੇ ਦਿਖਾ ਰਹੇ ਹਾਂ। ਬਟ ਇਹ ਜਿਹੜੇ ਦੋਨੋਂ ਹੀ ਮੈਥਡ ਨੇ ਦੋਨੋਂ ਬੈਸਟ ਨਹੀਂ ਹੈਗੇ, ਮਤਲਬ ਕਿਉਂਕਿ ਜੇਕਰ ਅਸੀਂ ਇੱਕ ਇੱਕ ਕਰਕੇ ਹੀ ਪ੍ਰਿੰਟ ਕਰਵਾਉਣਾ ਹੁੰਦਾ ਤਾਂ ਅਸੀਂ ਅਲੱਗ-ਅਲੱਗ ਵੇਰੀਏਬਲਸ ਹੀ ਲੈ ਲੈਂਦੇ, ਅਸੀਂ ਐਰੇ ਹੀ ਕਿਉਂ ਲਿਆ। ਤਾਂ ਇਸ ਕਰਕੇ ਬੈਟਰ ਹੈ ਕਿ ਤੁਸੀਂ ਇੱਕ ਇੱਕ ਕਰਕੇ ਵੈਲਿਊ ਪ੍ਰਿੰਟ ਨਾ ਕਰਵਾਓ, ਤੁਸੀਂ ਲੂਪ ਨੂੰ ਯੂਜ਼ ਕਰੋ ਵੈਲਿਊਜ਼ ਨੂੰ ਸਕੈਨ ਕਰਵਾਉਣ ਦੇ ਲਈ ਅਤੇ ਪ੍ਰਿੰਟ ਕਰਵਾਉਣ ਦੇ ਲਈ। ਨੈਕਸਟ ਪ੍ਰੋਗਰਾਮ ਨੰਬਰ 3 ਦੇ ਵਿੱਚ ਅਸੀਂ ਇੱਕ ਐਰੇ ਬਣਾਇਆ 3 ਸਾਈਜ਼ ਦਾ, ਜਿਸ ਨੂੰ ਤਿੰਨੇ ਵੈਲਿਊਜ਼ ਅਸੀਂ ਡੈਕਲੇਰੇਸ਼ਨ ਦੇ ਟਾਈਮ 'ਤੇ ਹੀ ਦੇ ਦਿੱਤੀਆਂ। ਫਿਰ ਇੱਕ ਜੇ ਵੇਰੀਏਬਲ ਲਿਆ ਲੂਪ ਚਲਾਉਣ ਦੇ ਲਈ, ਇੱਕ ਲੂਪ ਲਗਾਇਆ ਸੀ 0 ਤੋਂ 3 ਤੱਕ ਚੱਲੇ ਜਿਹੜਾ, ਕਿਉਂਕਿ ਅਸੀਂ ਐਰੇ ਦਾ ਇੰਡੈਕਸ 0 ਤੋਂ 2 ਤੱਕ ਚਲਾਉਣਾ, ਤਾਂ ਇਸ ਲਈ ਅਸੀਂ ਇੱਕ ਲੂਪ ਲਗਾਇਆ 0 ਤੋਂ <3 ਤੱਕ, ਜਿਹੜਾ ਕਿ ਹਰ ਵਾਰ ਐਕਸ ਦੀ ਜੇ ਨੂੰ, ਯਾਨੀ ਕਿ ਪਹਿਲਾਂ 0 ਨੂੰ, ਫਿਰ 1 ਨੂੰ, ਫਿਰ 2 ਨੂੰ ਪ੍ਰਿੰਟ ਕਰਕੇ ਦਿਖਾਊਗਾ। ਬੈਸਟ ਮੈਥਡ ਹੈ ਕਿ ਤੁਸੀਂ ਲੂਪ ਯੂਜ਼ ਕਰੋ, ਨਾ ਕਿ ਇੱਕ ਇੱਕ ਵੈਲਿਊ ਨੂੰ ਖੁਦ ਪ੍ਰਿੰਟ ਕਰਵਾਓ। ਦੈਨ ਪ੍ਰੋਗਰਾਮ ਨੰਬਰ 4 ਦੇ ਵਿੱਚ ਅਸੀਂ ਵੈਲਿਊ ਖੁਦ ਨਾ ਦੇ ਕੇ ਸਕੈਨ ਕਰਵਾ ਰਹੇ ਹਾਂ, ਮੀਨਸ ਕਿ ਇੱਕ ਐਕਸ ਨਾਮ ਦਾ ਐਰੇ ਡਿਕਲੇਅਰ ਕੀਤਾ ਜਿਸ ਦਾ ਸਾਈਜ਼ ਹੈ 3, ਅਤੇ ਅਸੀਂ ਉਸਦੇ ਲਈ ਇੱਕ ਵੇਰੀਏਬਲ ਲਿਆ ਆਈ ਦੀ ਵੈਲਿਊ 0 ਤੋਂ <3 ਤੱਕ ਲੂਪ ਚਲਾ ਰਹੇ ਹਾਂ ਅਸੀਂ, ਜਿਸ ਦੇ ਵਿੱਚ ਅਸੀਂ ਪਹਿਲਾਂ ਸਕੈਨ ਐਫ ਕਰਵਾਈ ਪੂਰੇ ਐਰੇਜ਼ ਦੀਆਂ ਵੈਲਿਊਜ਼ ਨੂੰ, ਮਤਲਬ 0 ਨੂੰ, ਫਿਰ 1 ਨੂੰ, 2 ਨੂੰ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਿੰਟ ਕਰਕੇ ਦਿਖਾ ਰਹੇ ਹਾਂ। ਤਾਂ ਜਿੱਥੋਂ ਤੱਕ ਹੋ ਸਕੇ ਬੈਸਟ ਹੈ ਕਿ ਤੁਸੀਂ ਲੂਪ ਦੇ ਨਾਲ ਐਰੇਜ਼ ਦੇ ਉੱਪਰ ਕੰਮ ਕਰੋ। ਇਹ ਸੀ 1D ਐਰੇ ਦੀਆਂ ਕੁਝ ਐਗਜ਼ਾਮਪਲਸ। ਹੁਣ ਸਾਡਾ ਮੇਨ ਟੌਪਿਕ 2 ਡਿਮੈਂਸ਼ਨਲ ਐਰੇ ਇਨ ਸੀ। ਐਰੇ ਆਫ ਐਰੇਜ਼ ਇਜ਼ ਨੋਨ ਐਜ਼ ਅ 2D ਐਰੇ। The dimensional 2D array in C programming is also known as a matrix. Matrix can be represented as a table of rows and columns. ਉਹ ਐਰੇ ਜਿਹਦੇ ਵਿੱਚ ਅਸੀਂ ਦੋ ਸਾਈਜ਼ ਦੇ ਰਹੇ ਹਾਂ, ਇੱਕ ਰੋਜ਼ ਦਾ ਇੱਕ ਕਾਲਮਸ ਦਾ, ਉਹਨੂੰ ਅਸੀਂ 2D ਐਰੇ ਬੋਲਦੇ ਹਾਂ। ਅਤੇ ਸੀ ਦੇ ਵਿੱਚ 2D ਐਰੇ ਨੂੰ ਮੈਟ੍ਰਿਕਸ ਵੀ ਬੋਲਿਆ ਜਾਂਦਾ। ਅਸੀਂ ਇਸ ਨੂੰ ਇਮੈਜਿਨ ਕਰ ਸਕਦੇ ਇੱਕ ਟੇਬਲ ਦੀ ਫਾਰਮ ਦੇ ਵਿੱਚ, ਜਿਸ ਦੇ ਵਿੱਚ ਕਿ ਰੋਜ਼ ਹੋਣਗੀਆਂ ਤੁਹਾਡੇ ਅਤੇ ਵਰਟੀਕਲ ਤੁਹਾਡੇ ਕਾਲਮ ਹੋਣਗੇ। ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਸ਼ੋਅ ਕਰਵਾਇਆ ਸੀ, ਸਭ ਤੋਂ ਪਹਿਲੀ ਜਿਹੜੀ ਤੁਹਾਡੀ ਹੈ ਉਹਨੂੰ ਅਸੀਂ ਬੋਲਾਂਗੇ x00, ਦੈਨ 01 ਮਤਲਬ ਤੁਹਾਡੇ ਕਾਲਮ ਦਾ ਨਾਮ ਅਤੇ ਤੁਹਾਡੇ ਰੋ ਦਾ ਨਾਮ। ਆ ਜਿਹੜੀਆਂ ਵੈਲਿਊਜ਼ ਨੇ ਤੁਸੀਂ ਇੱਕ ਵਾਰ ਧਿਆਨ ਨਾਲ ਦੇਖਣੀਆਂ।
जो तुसी ਐਰੇ ਨੂੰ ਡਿਕਲੇਅਰ ਕਰਦੇ ਹੋ, ਤੁਹਾਡਾ ਪਹਿਲਾ ਸਾਈਜ਼ ਸਪੋਜ਼ ਕਰੋ ਅਸੀਂ ਕਿ x ਨਾਮ ਦਾ ਐਰੇ ਲਿਆ ਜਿਸ ਦੇ ਰੋ ਦਾ ਸਾਈਜ਼ ਹੈ 3, ਕਿਉਂਕਿ ਪਹਿਲਾ ਸਾਈਜ਼ ਹਮੇਸ਼ਾ ਰੋ ਦਾ ਹੁੰਦਾ ਤੇ ਸੈਕਿੰਡ ਕਾਲਮ ਵੀ ਦਿੱਤਾ ਸੀ 3। ਤਾਂ 0 0 ਮਤਲਬ ਹੈ x ਦੀ 0 ਰੋ 0 ਕਾਲਮ। 2 1 ਦਾ ਮਤਲਬ ਹੈ x ਦੀ 2 ਰੋ, ਕਿਉਂਕਿ ਸੈਕਿੰਡ ਰੋ ਆ ਫਸਟ ਕਾਲਮ ਹੈ। ਤਾਂ ਇਸ ਤਰ੍ਹਾਂ ਕਰਕੇ ਤੁਸੀਂ ਐਰੇ ਨੂੰ ਜਿਹੜੇ ਹੈਗੇ ਆ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਡਿਕਲੇਅਰਿੰਗ 2D ਐਰੇ, 2D ਐਰੇ ਨੂੰ ਡਿਕਲੇਅਰ 1D ਐਰੇ ਵਾਂਗੂ ਹੀ ਕੀਤਾ ਜਾਂਦਾ, ਜਸਟ ਇਸ ਦੇ ਵਿੱਚ 2 ਸਾਈਜ਼ ਦਿੱਤੇ ਜਾਣਗੇ। ਤਾਂ ਇਹਦਾ ਡਿਕਲੇਰੇਸ਼ਨ ਦਾ ਸਿੰਟੈਕਸ ਹੈ, ਪਹਿਲਾਂ ਡਾਟਾ ਟਾਈਪ, ਐਰੇ ਦਾ ਨਾਮ, ਦੈਨ ਨੰਬਰ ਆਫ ਰੋਜ਼ ਤੇ ਨੰਬਰ ਆਫ ਕਾਲਮਸ। ਜਾਂ ਇਹਨੂੰ ਲਿਖ ਸਕਦੇ ਤੁਸੀਂ ਡਾਟਾ ਟਾਈਪ ਐਰੇ ਨੇਮ x y, ਜਿਹਦੇ ਵਿੱਚ ਕਿ ਡਾਟਾ ਟਾਈਪ ਕੋਈ ਵੀ ਸੀ ਦੀ ਜਿਹੜੀ ਵੈਲਿਡ ਡਾਟਾ ਟਾਈਪ ਹੈ ਇੰਟ ਫਲੋਟ ਕੈਰ ਤੁਸੀਂ ਉਸ ਦੇ ਸਕਦੇ ਹੋਗੇ। ਤੇ x ਤੁਹਾਡੇ x ਮੀਨਸ ਤੁਹਾਡੀਆਂ ਨੰਬਰ ਆਫ ਰੋਜ਼ ਤੇ y ਮੀਨਸ ਤੁਹਾਡੇ ਨੰਬਰ ਆਫ ਕਾਲਮਸ। ਜਿਵੇਂ ਅਸੀਂ ਦਿੱਤਾ 54, ਅਸੀਂ ਲਿਖਿਆ ਇੰਟ x 54, ਯਾਨੀ ਕਿ x ਨਾਮ ਦਾ ਅਸੀਂ 2 ਡਿਮੈਂਸ਼ਨਲ ਐਰੇ ਡਿਕਲੇਅਰ ਕੀਤਾ ਗਾ ਜਿਸ ਦੇ ਵਿੱਚ ਕਿ 5 ਟੋਟਲ ਰੋਜ਼ ਨੇ, 5 ਰੋਜ਼ ਨੇ ਤੇ 4 ਤੁਹਾਡੇ ਕਾਲਮ ਨੇ। ਹੋਰੀਜ਼ੋਨਟਲ ਤੁਹਾਡੀਆਂ ਰੋਜ਼ ਹੁੰਦੀਆਂ, ਵਰਟੀਕਲ ਤੁਹਾਡੇ ਕਾਲਮ ਹੁੰਦੇ ਆ। ਐਲੀਮੈਂਟਸ ਇਨ 2 ਡਿਮੈਂਸ਼ਨਲ ਐਰੇ ਆਰ ਕੋਮਨਲੀ ਰੈਫਰਡ ਟੂ ਬਾਏ xij where I is the row number and j is the column number। ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਸਪੋਜ਼ ਕਰੋ ਅਸੀਂ ਇੱਦਾਂ ਕਹਿ ਰਹੇ ਹਾਂ ਕਿ ij ਮਤਲਬ i ਤੁਹਾਡਾ ਰੋ ਦਾ ਨੰਬਰ, ਜੇ ਤੁਹਾਡੇ ਕਾਲਮ ਦਾ ਨੰਬਰ, ਮੀਨਸ ਕਿ x ਰੋਜ਼ ਹੋਣਗੀਆਂ ਤੇ y ਤੁਹਾਡੇ ਕਾਲਮ ਹੋਣਗੇ। ਇਸ ਐਗਜ਼ਾਮਪਲ ਦੇ ਵਿੱਚ x ਤੁਹਾਡੇ ਨੰਬਰ ਆਫ ਰੋਜ਼ ਨੇ ਤੇ y ਤੁਹਾਡੇ ਨੰਬਰ ਆਫ ਕਾਲਮਸ ਨੇ। ਜਿਹੜਾ ਤੁਹਾਡਾ ਰੋ ਦਾ ਨੰਬਰ ਹੈ ਉਹ ਹਮੇਸ਼ਾ 0 ਤੋਂ ਸ਼ੁਰੂ ਹੋ ਕੇ x - 1 ਮਤਲਬ 0 ਤੋਂ ਸ਼ੁਰੂ ਹੋ ਕੇ x ਸਾਡਾ ਹੈਗਾ 5, ਯਾਨੀ ਕਿ 4 ਤੱਕ ਚੱਲੂ। ਇਹ 0 ਰੋ 1 2 3 4। ਤੇ ਜਿਹੜਾ ਤੁਹਾਡਾ ਕਾਲਮ ਹੈ ਉਹ ਵੀ 0 ਤੋਂ ਸ਼ੁਰੂ ਹੋ ਕੇ y - 1 ਮੀਨਸ ਤੁਹਾਡੇ ਜਿਹੜਾ ਕਾਲਮ ਦਾ ਨੰਬਰ ਹੈ y ਮਤਲਬ 4, 4 ਤੋਂ ਇੱਕ ਘੱਟ ਯਾਨੀ ਕਿ 0 ਤੋਂ ਸ਼ੁਰੂ ਹੋ ਕੇ 0 1 2 3, 0 ਤੋਂ ਸ਼ੁਰੂ ਹੋ ਕੇ y - 1 ਮਤਲਬ 4 ਦੇ ਵਿੱਚ ਇੱਕ ਘਟਾਇਆ 3 ਤੱਕ ਤੁਹਾਡਾ ਇੰਡੈਕਸ ਚੱਲੂਗਾ। ਸਾਈਜ਼ ਆਫ 2D ਐਰੇ, 2D ਐਰੇ ਦੇ ਵਿੱਚ ਟੋਟਲ ਕਿੰਨੇ ਐਲੀਮੈਂਟਸ ਸਟੋਰ ਹੁੰਦੀ ਹੈ ਉਹ ਤੁਹਾਨੂੰ ਕਿੱਥੋਂ ਪਤਾ ਲੱਗਦਾ? ਈਜ਼ੀ ਮੈਥਡ ਹੈ, ਜਿੰਨੀਆਂ ਨੰਬਰ ਆਫ ਰੋਜ਼ ਨੇ ਤੇ ਜਿੰਨੇ ਨੰਬਰ ਆਫ ਕਾਲਮਸ ਨੇ ਦੋਨਾਂ ਨੂੰ ਆਪਸ ਦੇ ਵਿੱਚ ਮਲਟੀਪਲਾਈ ਕਰੋ, ਜਿੰਨਾ ਤੁਹਾਡਾ ਆਊਗਾ ਉਨੇ ਤੁਹਾਡੇ ਟੋਟਲ ਐਲੀਮੈਂਟਸ ਹੋਣਗੇ। ਮੀਨਸ ਕਿ ਅਸੀਂ ਇੱਕ ਐਰੇ ਡਿਕਲੇਅਰ ਕੀਤਾ 3 4 ਮਤਲਬ 3 ਰੋਜ਼ 4 ਕਾਲਮਸ, ਤਾਂ ਤੁਹਾਡੇ ਟੋਟਲ ਐਲੀਮੈਂਟਸ ਕਿੰਨੇ ਹੋਣਗੇ? 12। ਤੁਸੀਂ ਕਾਊਂਟ ਕਰਕੇ ਦੇ ਸਕਦੇ ਹੋ 1 2 3 4 5 6 7 8 9 10 11 12। ਤਾਂ ਤੁਸੀਂ ਕਿਵੇਂ ਕੱਢਦੇ ਹੋ ਤੁਹਾਡੇ ਐਰੇ ਦੇ ਟੋਟਲ ਐਲੀਮੈਂਟਸ? ਨੰਬਰ ਆਫ ਰੋਜ਼ ਮਲਟੀਪਲਾਈ ਬਾਈ ਨੰਬਰ ਆਫ ਕਾਲਮਸ। ਨੈਕਸਟ ਇਨੀਸ਼ੀਅਲਾਈਜ਼ਿੰਗ 2D ਐਰੇ, 2D ਐਰੇ ਨੂੰ ਤੁਸੀਂ ਇਨੀਸ਼ੀਅਲਾਈਜ਼ ਕਿਵੇਂ ਕਰ ਸਕਦੇ ਹੋ? ਮੀਨਸ ਵੈਲਿਊਜ਼ ਤੁਸੀਂ ਕਿੱਦਾਂ ਦੇ ਸਕਦੇ ਹੋ? ਤਾਂ ਉਸਦਾ ਫਸਟ ਮੈਥਡ ਹੈ ਐਰੇ ਨੂੰ ਇਨੀਸ਼ੀਅਲਾਈਜ਼ ਕਰਵਾਉਣ ਦਾ ਕਿ ਤੁਸੀਂ ਉਹਨੂੰ ਡਿਕਲੇਅਰ ਕਰਕੇ ਇਕੁਅਲਸ ਟੂ ਤੋਂ ਬਾਅਦ ਕਰਲੀ ਬ੍ਰੇਸਿਸ ਦੇ ਵਿੱਚ ਟੋਟਲ ਜਿੰਨੀਆਂ ਵੀ ਵੈਲਿਊਜ਼ ਤੁਸੀਂ ਦੇਣੀਆਂ ਚਾਹੁੰਦੇ ਹੋ ਸਾਰੇ ਸੈਪਰੇਟਡ ਬਾਈ ਕੋਮਾ ਤੁਸੀਂ ਦੇ ਸਕਦੇ ਹੋ। ਤਾਂ ਉਹ ਆਪਣੇ ਆਪ ਕੀ ਕਰੂਗਾ? ਕਾਲਮ ਦੇ ਅਕੋਰਡਿੰਗ ਜਿਹੜੀਆਂ ਵੈਲਿਊਜ਼ ਨੇ ਉਹ ਲੈਫਟ ਤੋਂ ਰਾਈਟ ਤੱਕ ਸਟੋਰ ਕਰਵਾਉਣੀਆਂ ਸ਼ੁਰੂ ਕਰ ਦੂੰ। ਪਹਿਲਾਂ ਫਸਟ ਰੋ ਫਿਲ ਕਰੂਗਾ, ਦੈਨ ਸੈਕਿੰਡ, ਦੈਨ ਥਰਡ, ਇੱਦਾਂ ਕਰਕੇ ਜਿਹੜੀਆਂ ਵੈਲਿਊਜ਼ ਨੇ ਉਹ ਸਟੋਰ ਹੁੰਦੀਆਂ ਨੇ। ਸੈਕਿੰਡ ਮੈਥਡ ਹੈ ਕਿ ਤੁਸੀਂ ਅਲੱਗ-ਅਲੱਗ ਰੋਜ਼ ਦੀਆਂ ਵੈਲਿਊਜ਼ ਅਲੱਗ-ਅਲੱਗ ਕਰਲੀ ਬ੍ਰੇਸ ਦੇ ਵਿੱਚ ਪਾ ਕੇ ਵੀ ਦੇ ਸਕਦੇ ਹੋਗੇ। ਤੇ ਬੈਸਟ ਮੈਥਡ ਵੀ ਤੁਹਾਡਾ ਸੈਕਿੰਡ ਮੈਥਡ ਹੀ ਹੈ ਜਿਸ ਦੇ ਵਿੱਚ ਅਸੀਂ ਨੈਸਟਡ ਬ੍ਰੇਸਿਸ ਦੇ ਵਿੱਚ ਇੱਕ ਰੋ ਦੀ ਜਿਹੜੀ ਹੈਗੀ ਵੈਲਿਊ ਅਲੱਗ-ਅਲੱਗ ਦੇ ਰਹੇ ਹੈਗੇ। ਤੁਸੀਂ ਦੋਨੋਂ ਮੈਥਡਸ ਦੇ ਵਿੱਚੋਂ ਕੋਈ ਵੀ ਮੈਥਡ ਯੂਜ਼ ਕਰ ਸਕਦੇ ਹੋ। ਕੁਝ ਐਗਜ਼ਾਮਪਲਸ ਲਈਆਂ ਹੋਈਆਂ ਨੇ ਵੈਲਿਡ ਇਨੀਸ਼ੀਅਲਾਈਜੇਸ਼ਨਸ ਦੀਆਂ, ਜਿਸ ਦੇ ਵਿੱਚੋਂ ਫਸਟ ਮੈਥਡ ਜਿਸ ਦੇ ਵਿੱਚ ਅਸੀਂ ਅਲੱਗ-ਅਲੱਗ ਵੈਲਿਊਜ਼ ਦੇ ਰਹੇ ਹਾਂ ਰੋ ਅਕੋਰਡਿੰਗ ਗਰੁੱਪਿੰਗ ਕਰਕੇ। ਸੈਕਿੰਡ ਮੈਥਡ ਦੇ ਵਿੱਚ ਅਸੀਂ ਅਲੱਗ-ਅਲੱਗ ਵੈਲਿਊਜ਼ ਦੇ ਰਹੇ ਹਾਂ ਬਟ ਅਸੀਂ ਰੋ ਸਾਈਜ਼ ਨਹੀਂ ਦਿੱਤਾ ਹੋਇਆ। ਥਰਡ ਐਗਜ਼ਾਮਪਲ ਦੇ ਵਿੱਚ ਅਸੀਂ ਇਕੱਠੀਆਂ ਹੀ ਵੈਲਿਊਜ਼ ਦੇ ਰਹੇ ਹਾਂਗੇ। ਜਾਂ ਤੁਸੀਂ ਇੱਥੇ ਮੈਥਡ ਨਾਲ ਵੀ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਲਾਈਨਸ ਦੇ ਵਿੱਚ ਮਤਲਬ ਮਲਟੀਪਲ ਲਾਈਨਸ ਦੇ ਵਿੱਚ ਵੀ ਤੁਸੀਂ ਜਿਹੜਾ ਐਰੇ ਆ ਉਹ ਇਨੀਸ਼ੀਅਲਾਈਜ਼ ਕਰਵਾ ਸਕਦੇ ਹੋ। ਇਨੀਸ਼ੀਅਲਾਈਜ਼ਿੰਗ ਐਰੇ ਕਰਨ ਸਮੇਂ ਕੁਝ ਮੇਨ ਜਿਹੜੀਆਂ ਹੈਗੀਆਂ ਧਿਆਨ ਦੇਣ ਵਾਲੀਆਂ ਗੱਲਾਂ ਕਿ ਜਦੋਂ ਤੁਸੀਂ 1D ਐਰੇ ਨੂੰ ਡਿਕਲੇਅਰ ਕਰਦੇ ਸਮੇਂ ਹੀ ਸਪੋਜ਼ ਤੁਸੀਂ ਇਨੀਸ਼ੀਅਲਾਈਜ਼ ਕਰਵਾ ਰਹੇ ਸੀਗੇ ਤਾਂ ਉਦੋਂ ਸਾਈਜ਼ ਦੇਣਾ ਜਾਂ ਨਾ ਦੇਣਾ ਆਪਸ਼ਨਲ ਸੀ। ਮੀਨਸ ਕਿ ਜਦੋਂ ਤੈਨੂੰ ਮੈਂ ਪਹਿਲਾਂ 1D ਐਰੇ ਕਰਵਾਇਆ ਮੈਂ ਤੈਨੂੰ ਕਿਹਾ ਸੀ ਜੇਕਰ ਅਸੀਂ ਇਹ ਐਰੇ ਦੀਆਂ ਵੈਲਿਊਜ਼ ਉੱਥੇ ਹੀ ਉਹਨੂੰ ਦੇ ਰਹੇ ਹਾਂ ਕਰਲੀ ਬ੍ਰੇਸਿਸ ਦੇ ਵਿੱਚ ਲਿਖ ਕੇ ਤਾਂ ਉਦੋਂ ਹੀ ਜਿਹੜਾ ਸਾਈਜ਼ ਹੈ 2 ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ।
सेम ਜਿਹੜਾ ਹੈ 2D ਐਰੇ ਦੇ ਵਿੱਚ ਤੁਹਾਨੂੰ ਸੈਕੰਡ ਡਿਮੈਂਸ਼ਨ मतलब ਕਾਲਮ ਸਾਈਜ਼ ਦੇਣਾ ਜ਼ਰੂਰੀ ਹੈ। ਤੁਸੀਂ ਰੋ ਸਾਈਜ਼ ਨੂੰ ਸਕਿਪ ਕਰ ਸਕਦੇ ਹੋਗੇ ਬਟ ਕਾਲਮ ਦਾ ਸਾਈਜ਼ ਹੋਣਾ ਜ਼ਰੂਰੀ ਹੈ। ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਤੁਸੀਂ ਜੇ ਇਨੀਸ਼ੀਅਲਾਈਜ਼ ਕਰਵਾ ਰਹੇ ਹੋ ਤਾਂ ਡੈਕਲੇਰੇਸ਼ਨ ਤੇ ਇਨੀਸ਼ੀਅਲਾਈਜ਼ ਕਰਵਾ ਰਹੇ ਹੋ ਤੁਸੀਂ ਦੋਨੋਂ ਵੈਲਿਊਜ਼ ਵੀ ਦੇ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਰੋ ਦਾ ਸਾਈਜ਼ ਹੈ, ਜਿਹੜੇ ਫਸਟ ਸਾਈਜ਼ ਹੈ ਉਹਨੂੰ ਛੱਡ ਵੀ ਸਕਦੇ ਹੋ, ਸਿਰਫ ਕਾਲਮ ਸਾਈਜ਼ ਦੇਣਾ ਮਸਟ ਹੈ। ਦੈਨ ਇਨੀਸ਼ੀਅਲਾਈਜੇਸ਼ਨ ਸਮੇਂ ਜੇਕਰ ਦੋਨੋਂ ਤੁਸੀਂ ਜਿਹੜੇ ਸਾਈਜ਼ ਨੂੰ ਸਕਿਪ ਕਰ ਰਹੇ ਹੋ ਤਾਂ ਉਹ ਤੁਹਾਡਾ ਗਲਤ ਹੈ, ਇਨਵੈਲਿਡ ਹੈ। ਸੈਕਿੰਡ, ਜੇਕਰ ਤੁਸੀਂ ਕਾਲਮ ਸਾਈਜ਼ ਸਕਿਪ ਕਰ ਰਹੇ ਹੋ ਉਹ ਵੀ ਤੁਹਾਡਾ ਗਲਤ ਹੈ। ਤਾਂ ਯਾਨੀ ਕਿ ਜੇਕਰ ਤੁਸੀਂ ਡੈਕਲੇਰੇਸ਼ਨ ਦੇ ਸਮੇਂ ਹੀ ਐਰੇ ਨੂੰ ਇਨੀਸ਼ੀਅਲਾਈਜ਼ ਕਰਵਾ ਰਹੇ ਹੋ 2D ਐਰੇ ਨੂੰ ਤਾਂ ਤੁਹਾਡੇ ਕਾਲਮ ਸਾਈਜ਼ ਦਾ ਹੋਣਾ ਜ਼ਰੂਰੀ ਹੈ, ਰੋ ਸਾਈਜ਼ ਤੁਹਾਡਾ ਆਪਸ਼ਨਲ ਹੈ। ਐਕਸੈਸਿੰਗ 2D ਐਰੇ ਐਲੀਮੈਂਟਸ, 2D ਐਰੇ ਦੇ ਐਲੀਮੈਂਟਸ ਨੂੰ ਐਕਸੈਸ ਕਿਵੇਂ ਕਰ ਸਕਦੇ ਹੋ, ਮੀਨਸ ਤੁਸੀਂ ਕਿਵੇਂ ਕੋਈ ਵੈਲਿਊਜ਼ ਨੂੰ ਲੈ ਸਕਦੇ ਹੋ। ਸਪੋਜ਼ ਕਿ ਜੇ ਤੁਹਾਡਾ ਆ 2D ਐਰੇ ਹੈ ਜਿਸ ਦੇ ਵਿੱਚ ਕਿ 3 ਕਾਲਮ ਨੇ 0 1 2 ਤੁਹਾਡੀਆਂ ਰੋਜ਼ ਨੇ 0 1, ਤੁਸੀਂ ਇਹਦੇ ਕੋਈ ਐਲੀਮੈਂਟ ਹੈ, ਸਪੋਜ਼ ਆਹ ਵਾਲਾ ਐਲੀਮੈਂਟ ਹੈ, ਤੁਸੀਂ ਇਹਨੂੰ ਐਕਸੈਸ ਕਰਨਾ ਚਾਹੁੰਦੇ ਹੋ, ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ, ਪ੍ਰਿੰਟ ਕਰਵਾਉਣਾ ਚਾਹੁੰਦੇ ਹੋ ਜਾਂ ਇਹਦੀ ਵੈਲਿਊ ਰੀਡ ਕਰਨਾ ਚਾਹੁੰਦੇ ਹੋ ਤਾਂ ਕਿਸ ਮੈਥਡ ਨਾਲ ਤੁਸੀਂ ਕਰੋਗੇ। ਤਾਂ ਓਬਵੀਅਸ ਤੁਸੀਂ ਕੀ ਕਰੋ, ਪਹਿਲਾਂ ਐਰੇ ਦਾ ਨਾਮ ਦਿਓ, ਦੈਨ ਐਰੇ ਦੀ ਕਿਹੜੀ ਰੋ ਹੈ, ਰੋ ਚੈੱਕ ਕਰੋ ਇਹ ਕਿਹੜੀ ਰੋ 'ਚ ਜਾ ਰਿਹਾ ਹੈਗਾ ਆਹ ਵਾਲੀ ਵੈਲਿਊ, ਤਾਂ ਰੋ ਨੰਬਰ 1, ਦੈਨ ਉਸਦਾ ਸਕੁਅਰ ਬ੍ਰੈਕਟ ਦੇ ਵਿੱਚ ਉਹਦਾ ਕਾਲਮ ਦਿਓ, ਕਾਲਮ ਵੀ ਕੀ ਹੈ 1। ਤਾਂ ਇਸ ਤਰੀਕੇ ਨਾਲ ਤੁਸੀਂ ਐਰੇ ਦੇ ਐਲੀਮੈਂਟਸ ਨੂੰ ਐਕਸੈਸ ਕਰ ਸਕਦੇ ਹੋ, ਮੀਨਸ ਐਰੇ ਦੇ ਐਲੀਮੈਂਟਸ ਨੂੰ ਐਕਸੈਸ ਕਰ ਦਿਓ ਉਹਦੇ ਇੰਡੈਕਸ ਨੰਬਰ ਨਾਲ। ਤਾਂ ਇਸ ਦੇ ਵਿੱਚ ਤੁਸੀਂ ਸਕੁਅਰ ਬ੍ਰੈਕਟ ਦੇ ਵਿੱਚ ਉਹਦੇ ਇੰਡੈਕਸ ਦੇਣੇ ਹੁੰਦੇ ਨੇ, ਮੀਨਸ ਉਹਦਾ ਰੋ ਨੰਬਰ ਤੇ ਉਹਦਾ ਕਾਲਮ ਨੰਬਰ। 2D ਐਰੇ ਦੇ ਵਿੱਚ ਤੁਸੀਂ ਵੈਲਿਊਜ਼ ਕਿਵੇਂ ਸਟੋਰ ਕਰਵਾ ਸਕਦੇ ਹੋ, ਜੇਕਰ ਤੁਸੀਂ ਖੁਦ ਵੈਲਿਊਜ਼ ਇਨੀਸ਼ੀਅਲਾਈਜ਼ ਨਹੀਂ ਕਰਵਾ ਰਹੇ ਤਾਂ ਤੁਸੀਂ 2D ਐਰੇ ਦੇ ਵਿੱਚ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਸਟੋਰ ਕਰਵਾਉਣ ਦੇ ਲਈ ਲੂਪ ਨੂੰ ਯੂਜ਼ ਕਰੋਗੇ। ਤੇ 2D ਐਰੇ ਦੇ ਵਿੱਚ ਲੂਪ ਵੀ ਤੁਸੀਂ ਨੈਸਟਡ ਲੂਪ ਯੂਜ਼ ਕਰਨਾ, ਮੀਨਸ ਲੂਪ ਵਿਦਿਨ ਲੂਪ। ਇਹਦੇ ਵਿੱਚ ਅਸੀਂ 2 ਲੂਪ ਲਗਾਵਾਂਗੇ। ਆਊਟਰ ਲੂਪ ਤੁਹਾਡਾ ਕੰਮ ਕਰਦਾ ਗਾ ਰੋ ਦੇ ਲਈ ਤੇ ਇਨਰ ਲੂਪ ਤੁਹਾਡਾ ਕੰਮ ਕਰਦਾ ਗਾ ਕਾਲਮ ਦੇ ਲਈ। ਫਸਟ ਸਬਸਕ੍ਰਿਪਟ ਮਤਲਬ ਰੋ ਨੰਬਰ ਦੇ ਲਈ ਤੇ ਇਨਰ ਲੂਪ ਜਿਹੜਾ ਦੂਸਰਾ ਲੂਪ ਹੈ ਉਹ ਕੰਮ ਕਰੂਗਾ ਸੈਕਿੰਡ ਸਬਸਕ੍ਰਿਪਟ ਮਤਲਬ ਤੁਹਾਡੇ ਕਾਲਮ ਦੇ ਲਈ। ਤਾਂ ਜਿਵੇਂ ਸੇ ਐਗਜ਼ਾਮਪਲ ਦੇ ਵਿੱਚ ਮੈਂ ਸਿਰਫ ਸਕੈਨ ਕਰਵਾ ਕੇ ਹੀ ਦਿਖਾ ਰਹੀ ਹਾਂ, ਵੈਲਿਊਜ਼ ਪ੍ਰਿੰਟ ਨਹੀਂ ਕਰਵਾਈਆਂ। ਤਾਂ ਉਹਦੇ ਲਈ ਅਸੀਂ ਕੀ ਕੀਤਾ, ਇੱਕ ਐਰੇ ਡਿਕਲੇਅਰ ਕੀਤਾ ABC ਨਾਮ ਦਾ, ਜਿਸ ਦੀ ਡਾਟਾ ਟਾਈਪ ਇੰਟ ਹੈ, 5 ਉਹਦੀਆਂ ਰੋਜ਼ ਨੇ, 4 ਉਹਦੇ ਕਾਲਮ ਨੇ। ਤਾਂ ਸਪੋਜ਼ ਕਰੋ ਸਾਡਾ ਇਹ ਹੋ ਗਿਆ ਇੱਕ ਐਰੇ ਜਿਸ ਦੇ ਵਿੱਚ ਕਿ 4 ਕਾਲਮ ਨੇ, 5 ਤੁਹਾਡੀਆਂ ਰੋਜ਼ ਨੇ। ਤਾਂ ਇਹਦੇ ਲਈ ਜੇ ਤੁਸੀਂ ਵੈਲਿਊਜ਼ ਨੂੰ ਸਕੈਨ ਕਰਵਾਉਣਾ, ਅਸੀਂ 2 ਵੇਰੀਏਬਲ ਲੈ ਲਏ ਲੂਪ ਚਲਾਉਣ ਦੇ ਲਈ, ਜਿਹਦੇ ਵਿੱਚ ਕਿ ਪਹਿਲਾ ਲੂਪ ਸਾਡਾ ਰੋ ਲਈ ਚੱਲ ਰਿਹਾ। ਤਾਂ ਯਾਨੀ ਕਿ ਰੋ ਸਾਡੀ ਕੀ ਹੋਊਗੀ 0 ਤੋਂ <5 ਤੱਕ। ਪਹਿਲਾ ਲੂਪ ਅਸੀਂ ਲਗਾਏ 0 ਤੋਂ ਲੈ ਕੇ <5 ਤੱਕ। ਉਸ ਦੇ ਅੰਦਰ ਫਿਰ ਦੁਬਾਰਾ ਇੱਕ ਹੋਰ ਲੂਪ ਲਗਾਓ ਤੁਸੀਂ, ਜਿਸ ਦੇ ਲਈ ਅਸੀਂ ਜੇ ਵੇਰੀਏਬਲ ਲਿਆ ਉਹ ਚੱਲੂਗਾ ਤੁਹਾਡਾ ਕਾਲਮ ਦੇ ਲਈ, ਯਾਨੀ ਕਿ 0 ਤੋਂ <4 ਤੱਕ। ਤੁਸੀਂ ਇੱਥੇ <4 ਵੀ ਪਾ ਸਕਦੇ ਹੋ ਜਾਂ <= 3 ਵੀ ਪਾ ਸਕਦੇ ਹੋ, ਮੀਨਿੰਗ ਸੇਮ ਹੈ। ਕਿਉਂਕਿ ਅਸੀਂ ਕੀ ਕਹਾਂਗੇ ਵੀ ਜਾਂ ਤਾਂ ਉਹ 0 ਤੋਂ ਲੈ ਕੇ 3 ਤੱਕ ਚੱਲੇ ਜਾਂ ਅਸੀਂ ਕਹਿ ਸਕਦੇ 4 ਤੋਂ ਘੱਟ ਚੱਲੇ, ਮੀਨਸ ਓਬਵੀਅਸ ਹੈ ਕਿ ਦੋਨਾਂ ਦਾ ਮੀਨਿੰਗ ਸੇਮ ਹੈ। ਤਾਂ ਅਸੀਂ 2 ਲੂਪ ਲਗਾ ਕੇ ਆਊਟਰ ਤੇ ਇਨਰ ਲੂਪ, ਇੱਕ ਰੋ ਦੇ ਲਈ ਇੱਕ ਕਾਲਮ ਦੇ ਲਈ ਲੂਪ ਲਗਾ ਕੇ ਉਸ ਤੋਂ ਬਾਅਦ ਵੈਲਿਊ ਸਕੈਨ ਕਰਵਾ ਰਹੇ ਹੈਗੇ ABC ਐਰੇ ਦੀ I ਤੇ J, ਯਾਨੀ ਕਿ I ਤੇ J ਵਾਲੀ ਵੈਲਿਊ ਨੂੰ ਉਹ ਸਕੈਨ ਕਰੇ। ਨੈਕਸਟ ਇੱਕ ਕੰਪਲੀਟ ਪ੍ਰੋਗਰਾਮ ਦੇਖਦੇ ਹਾਂ ਅਸੀਂ 2D ਐਰੇ ਦਾ, ਜਿਸ ਦੇ ਵਿੱਚ ਕਿ ਅਸੀਂ ਇੱਕ ਐਰੇ ਲਿਆ ਡਿਸਪਲੇ ਨਾਮ ਦਾ, ਸਪੋਜ਼ ਉਸ ਦਾ ਨਾਮ ਰੱਖਿਆ DISP, ਜਿਸ ਦੇ ਵਿੱਚ ਕਿ 2 ਰੋਜ਼ ਨੇ 3 ਕਾਲਮ ਨੇ। ਤਾਂ ਉਹ 2 ਰੋਜ਼ 3 ਕਾਲਮ IJ ਵੇਰੀਏਬਲ ਹੈ, ਜਿਸ ਦੇ ਵਿੱਚ ਕਿ ਪਹਿਲਾ ਲੂਪ ਅਸੀਂ ਲਗਾਇਆ ਰੋ ਦੇ ਲਈ ਜਿਹੜੇ ਕਿ 0 ਤੋਂ 1 ਤੱਕ ਚੱਲੇ, ਤੇ ਸੈਕਿੰਡ ਲੂਪ ਜਿਹਦੇ ਵਿੱਚ ਅਸੀਂ J ਵੇਰੀਏਬਲ ਲਿਆ ਅਸੀਂ ਲਿਆ ਕਾਲਮ ਦੇ ਲਈ, ਯਾਨੀ ਕਿ ਉਹ 0 ਤੋਂ 2 ਤੱਕ ਜਿਹੜਾ ਤੁਹਾਡਾ ਲੂਪ ਹੈ ਚੱਲੇ। ਤੇ ਹਰ ਵਾਰ ਉਹ ਸਕੈਨ ਕਰੇ ਡਿਸਪਲੇ ਦੀ I ਤੇ J ਵੈਲਿਊ, ਯਾਨੀ ਕਿ ਪਹਿਲਾਂ 0 0 ਫਿਰ 0 1 0 2 ਫਿਰ 1 0 1 1 1 2 ਵੈਲਿਊਜ਼ ਨੂੰ ਸਕੈਨ ਕਰੇ ਤੇ ਜਿਹੜੀ ਵੀ ਅਸੀਂ ਵੈਲਿਊ ਦੇ ਰਹੇ ਹਾਂ ਉਸ ਐਰੇ ਦੇ ਵਿੱਚ ਸਟੋਰ ਕਰਵਾਈ ਚੱਲੇ। ਉਸ ਤੋਂ ਬਾਅਦ ਅਸੀਂ ਵੈਲਿਊਜ਼ ਪ੍ਰਿੰਟ ਕਰਕੇ ਦਿਖਾ ਰਹੇ ਹਾਂ। ਫਿਰ ਸੇਮ ਦੁਬਾਰਾ ਤੋਂ ਨੈਸਟਡ ਲੂਪ ਲਗਾਏ ਰੋ ਦੇ ਲਈ ਤੇ ਕਾਲਮ ਦੇ ਲਈ, ਤੇ ਅਸੀਂ ਵੈਲਿਊ ਨੂੰ ਪ੍ਰਿੰਟ ਕਰਕੇ ਸ਼ੋ ਕਰਵਾਇਆ। ਇਹ ਸੀ ਤੁਹਾਡੀ ਐਗਜ਼ਾਮਪਲ 2D ਐਰੇ ਦੀ। ਨੈਕਸਟ
ਦੋ ਇੰਪੋਰਟੈਂਟ ਪਿਕਸ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ, ਜਿਸ ਦੇ ਵਿੱਚ ਕਿ ਇੱਕ ਤਾਂ ਹੈ ਕਨਸੈਪਚੁਅਲ ਮੈਮਰੀ ਰਿਪਰੈਜ਼ੈਂਟੇਸ਼ਨ, ਮਤਲਬ 2D ਐਰੇ ਨੂੰ ਅਸੀਂ ਇਮੈਜਿਨ ਕਿਵੇਂ ਕਰਦੇ ਹਾਂ ਕਿ ਕਿਵੇਂ ਹੋਊਗਾ। ਜਿਵੇਂ ਤੁਹਾਨੂੰ ਮੈਂ ਪਹਿਲਾਂ ਸਮਝਾਇਆ ਸੀ ਕਿ 2D ਐਰੇ ਨੂੰ ਅਸੀਂ ਟੇਬਲ ਦੀ ਫਾਰਮ ਦੇ ਵਿੱਚ ਮੰਨ ਕੇ ਚੱਲਦੇ ਹਾਂ ਕਿ ਇੱਦਾਂ ਕੁਛ ਸਟੋਰ ਹੋਊਗਾ। 0 ਦੀ ਰੋ ਹੋਊਗੀ, ਫਿਰ ਫਸਟ ਕਾਲਮ 0 ਕਾਲਮ, 1 ਕਾਲਮ, 2 ਕਾਲਮ, 3 ਕਾਲਮ, ਇੱਦਾਂ ਹੀ ਰੋਜ਼ ਉਹਦੀਆਂ 0 1 2 3 4 ਇੱਦਾਂ ਕਰਕੇ ਜਿਹੜੀਆਂ ਉਹਦੇ ਰੋਜ਼ ਦੇ ਕਾਲਮਸ ਨੂੰ ਅਸੀਂ ਟੇਬਲ ਫਾਰਮ ਦੇ ਵਿੱਚ ਇਮੈਜਿਨ ਕਰ ਰਹੇ ਹੈਗੇ। Here my array ABC 5 4 which can be conceptually viewed as a matrix of 5 rows of 4 columns। ਤੇ ਜਿਹੜਾ ਉਹਦਾ ਫਸਟ ਸਬਸਕ੍ਰਿਪਟ ਹੈ ਉਹ ਸਟਾਰਟ ਹੋ ਰਿਹਾ ਹੈਗਾ 0 ਤੋਂ, ਮਤਲਬ ਪਹਿਲਾ ਐਲੀਮੈਂਟ 0 ਤੋਂ, ਦੈਨ 0 1 ਇੱਦਾਂ ਕਰਕੇ ਜਿਹੜੇ ਐਲੀਮੈਂਟਸ ਨੂੰ ਸਟੋਰ ਹੁੰਦੇ ਸੀ, ਮੰਨਦੇ ਹਾਂ ਕਿ ਇੱਦਾਂ ਉਹ ਸਟੋਰ ਹੋ ਰਿਹਾ। ਬਟ ਐਕਚੁਅਲ ਦੇ ਵਿੱਚ ਜਿਹੜਾ ਤੁਹਾਡਾ ਐਰੇ ਆ ਉਹ ਮੈਮਰੀ ਦੇ ਵਿੱਚ ਸਟੋਰ ਹੁੰਦਾ ਗਾ ਇਸ ਤਰੀਕੇ ਦੇ ਨਾਲ। 2D ਐਰੇ ਦੇ ਪ੍ਰੋਗਰਾਮ ਬਣਾਉਣ ਲੱਗੇ ਜਾਂ ਤੁਸੀਂ ਉਸ ਨੂੰ ਸਮਝਣ ਲੱਗੇ, ਆਪਾਂ ਪਿਛਲਾ ਮੈਥਡ ਹੀ ਯੂਜ਼ ਕਰਨਾ ਕਿ ਟੇਬਲ ਫਾਰਮ ਦੇ ਵਿੱਚ ਅਸੀਂ ਇਹਨੂੰ ਇਮੈਜਿਨ ਕਰਕੇ ਚੱਲਦੇ ਹਾਂ। ਬਟ ਐਕਚੁਅਲ ਦੇ ਵਿੱਚ ਜਿਹੜੇ ਤੁਹਾਡੇ ਐਰੇ ਨੇ ਉਹ ਲੀਨੀਅਰ ਹੀ ਸਟੋਰ ਹੋ ਰਿਹਾ। ਤੁਹਾਡਾ 2D ਐਰੇ ਵੀ ਜਿਹੜਾ ਹੈ ਉਹ ਕੰਟੀਨਿਊ ਮੈਮਰੀ ਲੋਕੇਸ਼ਨਸ 'ਤੇ ਲੀਨੀਅਰ ਸਟੋਰ ਹੋ ਰਿਹਾ, ਟੇਬਲ ਫਾਰਮ ਦੇ ਵਾਂਗੂ ਉਹ ਸਟੋਰ ਨਹੀਂ ਹੁੰਦਾ। ਯਾਨੀ ਕਿ ਇਹਦੇ ਵਿੱਚ ਕੀ ਹੋਊਗਾ, ਤੁਹਾਡਾ 0 1 ਐਲੀਮੈਂਟ, 0 2 0 3 ਫਿਰ 1 0 ਦੇ ਨਾਲ ਹੀ ਹੋਊਗਾ। ਅਸਲ ਦੇ ਵਿੱਚ ਉਹ ਲੀਨੀਅਰ ਹੀ ਸਟੋਰ ਹੋ ਰਿਹਾ ਇੱਦਾਂ। ਆਹ ਉਹਦਾ ਐਡਰੈਸ ਹੈ, ਜਿਸ ਐਡਰੈਸ 'ਤੇ ਉਹ ਸਟੋਰ ਹੋ ਰਹੇ ਨੇ। ਤਾਂ ਜਿੱਦਾਂ ਐਰੇ ਇਜ਼ ਆਫ ਇੰਟੀਜ਼ਰ ਟਾਈਪ, ਹੁਣ ਜਿਹੜਾ ਸਾਡਾ ਐਰੇ ਹੈ ਅਸੀਂ ਸਪੋਜ਼ ਕਰੋ ਇੰਟੀਜ਼ਰ ਟਾਈਪ ਦਾ ਲਿਆ ਹੋਇਆ, ਤਾਂ ਜਿਹੜਾ ਇੰਟੀਜ਼ਰ ਹੈ ਉਹਦਾ ਤੁਹਾਡੇ ਕੰਪਿਊਟਰ ਦੇ ਆਰਕੀਟੈਕਚਰ 'ਤੇ ਡਿਪੈਂਡ ਕਰਦਾ ਕਿ ਉਹ 32 ਬਿਟ ਹੈ ਜਾਂ 64 ਬਿਟ ਹੈ। ਸਪੋਜ਼ ਕਰੋ ਕਿ ਇੱਥੇ ਜਿਹੜਾ ਤੁਹਾਡਾ ਇੰਟੀਜ਼ਰ ਟਾਈਪ ਹੈ ਉਹ 4 ਬਾਈਟਸ ਲੈ ਰਿਹਾ, ਯਾਨੀ ਕਿ ਜੇਕਰ ਪਹਿਲੇ ਇੰਟੀਜ਼ਰ ਦੀ ਵੈਲਿਊ ਲੋਕੇਸ਼ਨ ਨੰਬਰ ਇਸ 'ਤੇ ਸਟੋਰ ਹੋਈ ਆ 6 'ਤੇ, ਤਾਂ ਨੈਕਸਟ ਕਿੰਨੇ 'ਤੇ ਹੋਊਗੀ 10 'ਤੇ, ਕਿਉਂਕਿ 4 ਬਾਈਟ ਜਿਹੜੀ ਉਹ ਜਗ੍ਹਾ ਉਹ ਲੈ ਰਿਹਾ ਹੈਗਾ। ਨੈਕਸਟ ਹੋਊਗੀ ਤੁਹਾਡੀ 14 ਦੈਨ 18, ਇਸ ਤਰ੍ਹਾਂ ਕਰਕੇ ਲੀਨੀਅਰ ਤੁਹਾਡਾ ਜਿਹੜਾ ਐਰੇ ਹੈ ਉਹ ਸਟੋਰ ਹੁੰਦਾ। ਐਕਚੁਅਲ ਦੇ ਵਿੱਚ ਜਿਹੜਾ ਅਸੀਂ ਇੱਥੇ ਐਡਰੈਸ ਸ਼ੋ ਕਰਵਾ ਰਹੇ ਹਾਂ, ਅਸੀਂ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਇੱਕ ਸਿੰਪਲ ਐਡਰੈਸ ਲਿਆ ਹੋਇਆ ਹੈਗਾ। ਐਕਚੁਅਲ ਦੇ ਵਿੱਚ ਤੁਹਾਡੇ ਜਿਹੜੇ ਐਡਰੈਸ ਨੇ ਉਹ ਹੈਕਸਾ ਦੇ ਵਿੱਚ ਜਿਹੜੇ ਤੁਹਾਡੇ ਐਡਰੈਸਿਸ ਨੇ ਰਿਪਰੈਜ਼ੈਂਟ ਕੀਤੇ ਜਾਂਦੇ ਨੇ। ਤੇ ਇਸ ਡਾਇਗਰਾਮ ਦੇ ਵਿੱਚੋਂ ਅਸੀਂ ਕੀ ਚੀਜ਼ ਮੇਨ ਸਿੱਖ ਰਹੇ ਹਾਂ ਕਿ ਜਿਹੜੇ ਤੁਹਾਡਾ ਐਰੇ ਆ 2D ਐਰੇ ਵੀ ਕੰਟੀਨਿਊਸ ਮੈਮਰੀ ਲੋਕੇਸ਼ਨਸ 'ਤੇ ਸਟੋਰ ਹੁੰਦਾ ਗਾ। ਦੈਨ 3D ਐਰੇ ਮਲਟੀ ਡਿਮੈਂਸ਼ਨਲ ਦੇ ਵਿੱਚ ਅਸੀਂ ਸੈਕਿੰਡ ਟਾਈਪ ਕਵਰ ਕਰਦੇ ਹਾਂ। 3D ਐਰੇ ਉਹ ਐਰੇ ਜਿਹਦੇ ਵਿੱਚ 3 ਡਿਮੈਂਸ਼ਨਸ ਹੋਣ ਉਸ ਨੂੰ ਅਸੀਂ 3D ਐਰੇ ਬੋਲਦੇ ਹਾਂ। ਯਾਨੀ ਕਿ ਫਸਟ ਡਿਮੈਂਸ਼ਨ, ਸੈਕਿੰਡ ਡਿਮੈਂਸ਼ਨ, ਥਰਡ ਡਿਮੈਂਸ਼ਨ, ਤੁਸੀਂ ਤਿੰਨ ਸਾਈਜ਼ ਦੇ ਰਹੇ ਹੋ, ਉਹ ਤੁਹਾਡਾ ਹੈ 3D ਐਰੇ। 3D ਐਰੇ ਨੂੰ ਡਿਕਲੇਅਰ ਕਰਦੇ ਸਮੇਂ ਤੁਸੀਂ 3 ਡਿਮੈਂਸ਼ਨਸ ਦਿਓਗੇ ਉਸ ਦੀਆਂ, ਯਾਨੀ ਕਿ 3 ਸਾਈਜ਼ ਦਿਓਗੇ। ਟੋਟਲ ਉਹ ਕਿੰਨੇ ਐਲੀਮੈਂਟ ਸਟੋਰ ਕਰੂਗਾ, ਤਿੰਨੋਂ ਡਿਮੈਂਸ਼ਨਸ ਨੂੰ ਆਪਸ ਦੇ ਵਿੱਚ ਮਲਟੀਪਲਾਈ ਕਰੋ 2 × 4 × 3, ਯਾਨੀ ਕਿ 24 ਟੋਟਲ ਐਲੀਮੈਂਟਸ ਨੂੰ ਉਹ ਸਟੋਰ ਕਰਵਾਊਗਾ। 3 ਡਿਮੈਂਸ਼ਨਲ ਐਰੇ ਨੂੰ ਤੁਸੀਂ ਇਨੀਸ਼ੀਅਲਾਈਜ਼ ਕਿੱਦਾਂ ਕਰਵਾ ਸਕਦੇ ਹੋ, ਸੇਮ ਪੁਰਾਣੇ ਮੈਥਡ ਨਾਲ ਤੁਸੀਂ ਅਲੱਗ-ਅਲੱਗ ਨੈਸਟਡ ਕਰਕੇ ਵੀ ਇਹਨੂੰ ਇਨੀਸ਼ੀਅਲਾਈਜ਼ ਕਰਵਾ ਸਕਦੇ ਹੋ, ਜਾਂ ਇੱਕ ਕਰਲੀ ਬ੍ਰੇਸ ਦੇ ਵਿੱਚ ਸਾਰੀਆਂ ਵੈਲਿਊਜ਼ ਦੇਖ ਕੇ ਵੀ ਤੁਸੀਂ 3D ਐਰੇ ਨੂੰ ਇਨੀਸ਼ੀਅਲਾਈਜ਼ ਕਰਵਾ ਸਕਦੇ ਹੋ। ਦੈਨ ਲਾਸਟ ਸਾਡੀ ਇੱਕ ਐਗਜ਼ਾਮਪਲ 3D ਐਰੇ ਦੀ। 3D ਐਰੇ ਅਸੀਂ ਇੱਕ ਡਿਕਲੇਅਰ ਕੀਤਾ ਟੈਸਟ ਨਾਮ ਦਾ, ਜਿਸ ਦੇ ਵਿੱਚ 3 ਡਿਮੈਂਸ਼ਨ ਦਿੱਤੀਆਂ 2 3 2। ਫਿਰ ਇਸ ਦੀ ਵੈਲਿਊ ਨੂੰ ਸਕੈਨ ਕਰਵਾਉਣ ਦੇ ਲਈ ਸਾਨੂੰ 3 ਨੈਸਟਡ ਲੂਪ ਲਗਾਉਣੇ ਪੈਣਗੇ। ਪਹਿਲਾ I ਵਾਲਾ ਲੂਪ ਫਸਟ ਸਬਸਕ੍ਰਿਪਟ ਦੇ ਲਈ, ਸੈਕਿੰਡ J ਵਾਲਾ ਲੂਪ ਸੈਕਿੰਡ ਸਬਸਕ੍ਰਿਪਟ ਲਈ, ਥਰਡ K ਵਾਲਾ ਲੂਪ ਥਰਡ ਸਬਸਕ੍ਰਿਪਟ ਦੀ। ਅਤੇ 3 ਨੈਸਟਡ ਲੂਪ ਲਗਾਉਣ ਤੋਂ ਬਾਅਦ ਵੈਲਿਊਜ਼ ਦੀ ਕਰਵਾਈ ਸਕੈਨ। 3 ਨੈਸਟਡ ਲੂਪ ਇੱਥੇ ਤੁਹਾਡੇ ਕਲੋਜ਼। ਫਿਰ ਉਸ ਦੀ ਜੇਕਰ ਅਸੀਂ ਵੈਲਿਊ ਪ੍ਰਿੰਟ ਕਰਵਾਉਣਾ ਚਾਹੁੰਦੇ ਹੈਗੇ ਤਾਂ ਉਸ ਦੇ ਲਈ ਫਿਰ ਤੁਹਾਨੂੰ ਦੁਬਾਰਾ ਤੋਂ 3 ਨੈਸਟਡ ਲੂਪ ਲਗਾਉਣੇ ਪੈਣਗੇ, ਤੁਸੀਂ ਵੈਲਿਊ ਨੂੰ ਪ੍ਰਿੰਟ ਕਰਕੇ ਦਿਖਾ ਸਕਦੇ ਹੋ। ਇਹ ਸੀ ਤੁਹਾਡੇ ਮਲਟੀ ਡਿਮੈਂਸ਼ਨਲ ਐਰੇ ਦੀਆਂ ਟਾਈਪਸ, ਅਤੇ ਇਹਦੇ ਨਾਲ ਹੀ ਆਪਣਾ ਜਿਹੜਾ ਐਰੇ ਦਾ ਟੌਪਿਕ ਹੈ ਉਹ ਖਤਮ ਹੁੰਦਾ। ਥੈਂਕ ਯੂ।